TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ ਰਲ ਮਿਲ ਕੇ ਕੁਝ ਅਹਿਮ ਖਬਰਾਂ, ਕੁਝ ਅਹਿਮ ਘਟਨਾਵਾਂ ਦੇ ਉੱਤੇ ਵਿਚਾਰ ਚਰਚਾ ਕਰੀਏ। ਸਭ ਤੋਂ ਪਹਿਲਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸ਼ਹਾਦਤ ਨੂੰ ਯਾਦ ਕਰਾਂਗੇ। ਸਿੱਧੂ ਨੇ ਪ੍ਰੈਸ ਕਾਨਫਰੰਸ ਕਰਕੇ ਕੀਤੇ ਕੁਝ ਵੱਡੇ ਐਲਾਨ। ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦਾ ਕੀਤਾ ਗਿਆ ਐਲਾਨ। ਕੇਂਦਰ ਸਰਕਾਰ ਨੇ ਪੋਸਟਮਾਰਟਮ ਦੀ ਵਿਵਸਥਾ ਵਿੱਚ ਕੀਤੀ ਵੱਡੀ ਤਬਦੀਲੀ। ਸਰਨਾ ਤੇ ਜੀਕੇ ਖਿਲਾਫ ਦਿੱਲੀ ਕਮੇਟੀ ਦਾ ਵਫਦ ਮਿਲੇਗਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਤੇ 20 ਨਵੰਬਰ ਨੂੰ ਮੋਗਾ ਪਹੁੰਚਣਗੇ ਅਰਵਿੰਦ ਕੇਜਰੀਵਾਲ। ਸੋਨੂ ਸੂਦ ਨਾਲ ਹੋ ਸਕਦੀ ਹੈ ਮੁਲਾਕਾਤ। ਦੋਸਤੋ ਇਹ ਤੇ ਇਹਦੇ ਤੋਂ ਇਲਾਵਾ ਕੁਝ ਖਬਰਾਂ ਰਹਿਣਗੀਆਂ ਜਿਨ੍ਹਾਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰਾਂਗੇ। ਇਹਦੇ ਤੋਂ ਪਹਿਲਾਂ ਕਿ ਇਹ ਸਾਰੀਆਂ ਖਬਰਾਂ ਜਾਣਕਾਰੀਆਂ ਤੁਹਾਡੇ ਹਵਾਲੇ ਕੀਤੀਆਂ ਜਾਣ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਦੂਸਰੀ ਬੇਨਤੀ ਕਿ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਕਰ ਦੇਣਾ ਅਤੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰਨਾ। ਆਓ ਅੱਜ ਭਾਰਤ ਦੀ ਪੱਤ ਰੱਖਣ ਵਾਲੇ ਉਸ ਗਦਰੀ ਯੋਧੇ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਯਾਦ ਕਰੀਏ। ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ 1896 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਰਾਭਾ ਦੇ ਵਿੱਚ ਪਿਤਾ ਸਰਦਾਰ ਮੰਗਲ ਸਿੰਘ ਅਤੇ ਮਾਤਾ ਸਾਹਿਬ ਕੌਰ ਦੇ ਘਰ ਹੋਇਆ ਸੀ। ਬਚਪਨ ਦੇ ਵਿੱਚ ਹੀ ਕਰਤਾਰ ਸਿੰਘ ਸਰਾਭੇ ਦੇ ਪਿਤਾ ਦੀ ਮੌਤ ਹੋ ਗਈ ਸੀ ਤੇ ਉਹਨਾਂ ਦਾ ਪਾਲਣ ਪੋਸ਼ਣ ਉਹਨਾਂ ਦੇ ਦਾਦਾ ਸਰਦਾਰ ਬਚਨ ਸਿੰਘ ਹੋਰਾਂ ਨੇ ਕੀਤਾ ਸੀ। ਦਾਦਾ ਜੀ ਨੇ ਉਹਨਾਂ ਨੂੰ ਪਾਲਿਆ ਵੱਡਾ ਕੀਤਾ। ਕਰਤਾਰ ਸਿੰਘ ਦਾ ਪਰਿਵਾਰ ਸਰਦਾ ਪੁੱਜਦਾ ਪੜ੍ਹਿਆ ਲਿਖਿਆ ਪਰਿਵਾਰ ਸੀ। ਪਰਿਵਾਰ ਚਾਹੁੰਦਾ ਸੀ ਕਿ ਉਹਨਾਂ ਦਾ ਬੱਚਾ ਭਾਵ ਕਰਤਾਰ ਸਿੰਘ ਚੰਗਾ ਪੜ੍ਹੇ ਲਿਖੇ, ਕਿਸੇ ਸਰਕਾਰੀ ਨੌਕਰੀ ਤੇ ਕੋਈ ਚੰਗਾ ਅਫਸਰ ਲੱਗ ਜਾਏ। ਕਰਤਾਰ ਸਿੰਘ ਖਾਲਸਾ ਸਕੂਲ ਲੁਧਿਆਣਾ ਤੋਂ 8ਵੀਂ ਪਾਸ ਕਰਨ ਬਾਅਦ 1910-11 ਵਿੱਚ ਆਪਣੇ ਚਾਚਾ ਜੀ ਕੋਲ ਉੜੀਸਾ ਵਿੱਚ ਚਲੇ ਜਾਂਦੇ ਹੈ। ਚਾਚਾ ਜੀ ਉੜੀਸਾ ਦੇ ਵਿੱਚ ਜੰਗਲਾਤ ਦੇ ਮਹਿਕਮੇ ਦੇ ਵਿੱਚ ਅਫਸਰ ਸਨ। ਕਰਤਾਰ ਸਿੰਘ ਸਰਾਭਾ ਨੇ 9ਵੀਂ 10ਵੀਂ ਉੜੀਸਾ ਤੋਂ ਪਾਸ ਕੀਤੀ ਅਤੇ ਉਹ ਅੰਗਰੇਜ਼ੀ ਭਾਸ਼ਾ ਦੇ ਵਿੱਚ ਕਾਫੀ ਮੁਹਾਰਤ ਰੱਖਣ ਲੱਗ ਪਏ। ਕਰਤਾਰ ਸਿੰਘ ਸਰਾਭਾ ਇੰਜੀਨੀਅਰਿੰਗ ਦੀ ਪੜ੍ਹਾਈ ਵਾਸਤੇ 28 ਜੁਲਾਈ 1912 ਨੂੰ ਅਮਰੀਕਾ ਵਿੱਚ ਪਹੁੰਚਦੇ ਹੈ। ਸਮੁੰਦਰੀ ਘਾਟ ਦੇ ਜਿਹੜੇ ਅਫਸਰ ਸੀ ਉਹਨੇ ਦੂਸਰੇ ਮੁਲਕਾਂ ਦੇ ਵਸਨੀਕਾਂ ਨੂੰ ਬਗੈਰ ਕਿਸੇ ਰੁਕਾਵਟ ਤੋਂ, ਬਗੈਰ ਕਿਸੇ ਜਾਂਚ ਪੜਤਾਲ ਤੋਂ ਉੱਥੋਂ ਉਤਾਰਿਆ ਅਤੇ ਅਮਰੀਕਾ ਵਿੱਚ ਜਾਣ ਦਿੱਤਾ। ਪਰ ਜਿਹੜੇ ਭਾਰਤ ਤੋਂ ਜਾਣ ਵਾਲੇ ਲੋਕ ਸੀ ਉਹਨਾਂ ਨੂੰ ਉਤਰਨ ਤੋਂ ਉੱਥੇ ਜਹਾਜ਼ ਤੇ ਰੋਕ ਲਿਆ ਗਿਆ। ਜਦੋਂ ਇਹ ਸਭ ਕੁਝ ਵੇਖਿਆ ਤਾਂ ਕਰਤਾਰ ਸਿੰਘ ਸਰਾਭਾ ਨੂੰ ਭਾਰਤ ਦੀ ਗੁਲਾਮੀ ਦਾ ਅਹਿਸਾਸ ਹੋਇਆ। ਤਫਤੀਸ਼ੀ ਅਫਸਰ ਸੀ ਜਿਹੜਾ, ਉਹਨਾਂ ਨੇ ਕਰਤਾਰ ਸਿੰਘ ਸਰਾਭਾ ਨੂੰ ਪੁੱਛਿਆ ਕਿ ਤੁਹਾਡਾ ਅਮਰੀਕਾ ਦੇ ਵਿੱਚ ਆਉਣ ਦਾ ਦਰਅਸਲ ਮਕਸਦ ਕੀ ਹੈ। ਤਾਂ ਜਾਣਕਾਰੀ ਦੇ ਮੁਤਾਬਕ ਕਰਤਾਰ ਸਿੰਘ ਸਰਾਭਾ ਕਹਿੰਦੇ ਨੇ ਕਿ ਮੈਂ ਉਚੇਰੀ ਪੜ੍ਹਾਈ ਦੇ ਵਾਸਤੇ ਅਮਰੀਕਾ ਦੇ ਵਿੱਚ ਆਇਆ। ਅਫਸਰ ਨੇ ਫਿਰ ਆਖਿਆ ਕਿ ਜੇਕਰ ਤੈਨੂੰ ਉਤਰਨ ਨਾ ਦਿੱਤਾ ਜਾਵੇ ਫਿਰ ਕੀ ਕਰੇਗਾ। ਤਾਂ ਉਹਨਾਂ ਕਿਹਾ ਕਿ ਇਹ ਵਿਦਿਆਰਥੀ ਨਾਲ ਧੱਕਾ ਹੋਵੇਗਾ। ਜੇ ਮੈਨੂੰ ਅਮਰੀਕਾ ਵਿੱਚ ਉਚੇਰੀ ਵਿੱਦਿਆ ਹਾਸਲ ਕਰ ਦਿੱਤੀ ਜਾਵੇ ਤਾਂ ਹੋ ਸਕਦਾ ਹੈ ਕਿ ਮੈਂ ਚੰਗੀ ਵਿੱਦਿਆ ਪ੍ਰਾਪਤ ਕਰ ਸਕਾਂ ਤੇ ਮੈਂ ਆਪਣੇ ਮੁਲਕ ਅਤੇ ਦੁਨੀਆ ਲਈ ਕੁਝ ਚੰਗਾ ਕੰਮ ਕਰ ਸਕਾਂ। ਪਰ ਜੇ ਮੈਂ ਨਾ ਇੱਥੇ ਪੜ੍ਹ ਸਕਿਆ, ਮੈਂ ਅਨਪੜ੍ਹ ਰਿਹਾ ਤਾਂ ਕੁਝ ਨਹੀਂ ਕਰ ਸਕਾਂਗਾ। ਕਰਤਾਰ ਸਿੰਘ ਸਰਾਭਾ ਦੀ ਇਹ ਦਲੀਲ ਸੁਣ ਕੇ ਜਾਣਕਾਰੀ ਇਹ ਹੈ ਕਿ ਉਹਨਾਂ ਨੂੰ ਉੱਥੇ ਉਤਰਨ ਦੀ ਇਜਾਜ਼ਤ ਦੇ ਦਿੱਤੀ ਗਈ ਤੇ ਪਤਾ ਲੱਗਿਆ ਕਿ ਜਿਸ ਇਲਾਕੇ ਵਿੱਚ ਕੁਝ ਪੰਜਾਬੀ ਲੋਕ ਕੈਲੀਫੋਰਨੀਆ ਵਿੱਚ ਰਹਿੰਦੇ ਸੀ ਉੱਥੇ ਫਾਰਮਾਂ ਦੇ ਵਿੱਚ ਕੰਮ ਕਰਦੇ ਸਨ ਤੇ ਕਰਤਾਰ ਸਿੰਘ ਸਰਾਭਾ ਵੀ ਉਹਨਾਂ ਬਾਗਾਂ ਵਿੱਚ ਜਾ ਕੇ ਕੰਮ ਕਰਨ ਲੱਗਿਆ ਤੇ ਨਾਲ ਪੜ੍ਹਨ ਲੱਗੇ। ਉਹ ਕੈਲੀਫੋਰਨੀਆ ਦੀ ਇੱਕ ਯੂਨੀਵਰਸਿਟੀ ਵਿੱਚ ਦਾਖਲ ਹੁੰਦੇ ਨੇ। ਉੱਥੇ 30 ਹੋਰ ਹਿੰਦੁਸਤਾਨੀ ਵਿਦਿਆਰਥੀ ਪੜ੍ਹਦੇ ਸੀ ਜਿਨ੍ਹਾਂ ਵਿੱਚੋਂ ਵਧੇਰੇ ਪੰਜਾਬੀ ਤੇ ਬੰਗਾਲੀ ਸਨ। ਆਖਰਕਾਰ ਉਸੇ ਸਾਲ ਦੇ ਦਸੰਬਰ ਮਹੀਨੇ ਦਾ ਆਖਰੀ ਹਫ਼ਤਾ ਸੀ। ਲਾਲਾ ਹਰਦਿਆਲ ਨੇ ਸਾਰੇ ਭਾਰਤੀਆਂ ਦੀ ਜਿਹੜੇ ਵਿਦਿਆਰਥੀ ਸੀ ਉਹਨਾਂ ਦੀ ਮੀਟਿੰਗ ਸੱਦ ਲਈ ਤੇ ਉਹਨਾਂ ਨੇ ਆਪਣੀ ਤਕਰੀਰ ਦੇ ਵਿੱਚ ਵਿਦਿਆਰਥੀਆਂ ਨੂੰ ਆਖਿਆ ਕਿ ਮਹਾਨ ਦੇਸ਼ ਭਗਤ ਅਤੇ ਸ਼ਾਨਦਾਰ ਯੋਧੇ ਬਣਨ ਦੀ ਤਿਆਰੀ ਕੀਤੀ ਜਾਵੇ। ਤੁਹਾਡੇ ਤੋਂ ਭਾਵ ਨੌਜਵਾਨਾਂ ਤੋਂ ਬਹੁਤ ਆਸਾਂ ਨੇ। ਗੁਲਾਮਾਂ ਵਜੋਂ ਜੀਵਨ ਬਤੀਤ ਕਰਨਾ ਮੌਤ ਨਾਲ ਵੀ ਮਾੜਾ ਹੋਇਆ ਕਰਦਾ ਹੈ। ਲਾਲਾ ਹਰਦਿਆਲ ਦੇ ਸੱਦੇ ਤੇ 8 ਵਿਦਿਆਰਥੀ ਦਰਅਸਲ ਤਿਆਰ ਹੋ ਗਏ ਕਿ ਹਾਂ ਅਸੀਂ ਦੇਸ਼ ਭਗਤ ਬਣਨਾ ਚਾਹੁੰਦੇ ਹਾਂ। ਜਿਨ੍ਹਾਂ ਵਿੱਚੋਂ ਗਦਰੀ ਦੇਸ਼ ਭਗਤ DK ਚੰਚਈਆ ਉਹ ਤਾਮਿਲਨਾਡੂ ਤੋਂ ਸਨ, ਜਤਿੰਦਰ ਨਾਥ ਲਹਿਰੀ ਅਤੇ ਕਰਤਾਰ ਸਿੰਘ ਸਰਾਭਾ ਵੀ ਉਹਨਾਂ ਵਿੱਚੋਂ ਇੱਕ ਸਨ। ਇਹ ਵਿਦਿਆਰਥੀ ਗਦਰ ਪਾਰਟੀ ਦੇ ਹੈੱਡਕੁਆਟਰ 'ਤੇ ਰੋਜ਼ਾਨਾ ਆਉਣ ਜਾਣ ਲੱਗੇ। ਗਦਰ ਅਖਬਾਰ ਕੱਢਣਾ ਇਹਨਾਂ ਨੇ ਸ਼ੁਰੂ ਕਰ ਦਿੱਤਾ।
ਕਰਤਾਰ ਸਿੰਘ ਸਰਾਭਾ ਤਾਂ ਅਖਬਾਰ ਦੇ ਆਖਿਆ ਜਾ ਸਕਦਾ ਕਿ ਬਹੁਤਾ ਸਮਾਂ ਲੇਖੇ ਲਾਉਣ ਲੱਗ ਪਏ। ਮੈਂ ਤੁਹਾਨੂੰ ਦੱਸ ਦਿਆਂ ਕਿ ਉਹ ਪਹਿਲਾਂ ਲਿਖਦੇ ਹੱਥ ਨਾਲ, ਐਡੀਟੋਰੀਅਲ ਲਿਖਦੇ, ਫਿਰ ਹੱਥੀਂ ਮਸ਼ੀਨ ਗੇੜਦੇ, ਫਿਰ ਅਖਬਾਰ ਛਾਪ ਕੇ ਦੂਰ ਦੂਰ ਤੱਕ ਵੰਡਦੇ। ਅਸਲ ਦੇ ਵਿੱਚ ਉਹ ਇੱਕ ਚੋਟੀ ਦੇ ਪੱਤਰਕਾਰ ਵੀ ਆਖੇ ਜਾ ਸਕਦੇ ਹੈ। ਗਦਰ ਪਾਰਟੀ ਨੇ ਭਵਿੱਖ ਵਿੱਚ ਹਵਾਈ ਜਹਾਜ਼ਾਂ ਦੀ ਜੰਗ ਨੂੰ ਭਾਂਪਦਿਆਂ ਹੋਇਆਂ ਕਰਤਾਰ ਸਿੰਘ ਸਰਾਭਾ ਨੂੰ ਨਿਊਯਾਰਕ ਦੇ ਵਿੱਚ ਜਹਾਜ਼ ਚਲਾਉਣ ਦੀ ਟ੍ਰੇਨਿੰਗ ਲੈਣ ਲਈ ਵੀ ਭੇਜ ਦਿੱਤਾ। ਕਰਤਾਰ ਸਿੰਘ ਸਰਾਭਾ ਗਦਰ ਪਾਰਟੀ ਦੇ ਫੈਸਲੇ ਦੇ ਅਨੁਸਾਰ ਭਾਰਤ ਦੀ ਆਜ਼ਾਦੀ ਦੀ ਜੰਗ ਲੜਨ ਵਾਸਤੇ ਸਮੁੰਦਰੀ ਜਹਾਜ਼ ਰਾਹੀਂ ਕੋਲੰਬੋ, ਸ਼੍ਰੀਲੰਕਾ, ਬੰਦਰਗਾਹ ਰਾਹੀਂ ਮਦਰਾਸ ਤੇ ਫਿਰ ਪੰਜਾਬ ਪਹੁੰਚ ਜਾਂਦੇ ਹੈ। ਅਖੀਰ, ਕਿਉਂਕਿ ਬਹੁਤ ਲੰਬੀ ਚੌੜੀ ਸਟੋਰੀ ਆ, ਉਹਨਾਂ ਤੇ ਇਕੱਲਿਆਂ ਤੇ ਪ੍ਰੋਗਰਾਮ ਕਈ ਕੀਤੇ ਜਾ ਸਕਦੇ ਆ। ਆਖਰਕਾਰ ਪਾਰਟੀ ਨੇ ਗਦਰ ਦੀ ਤਾਰੀਖ 21 ਫਰਵਰੀ 1915 ਵਿੱਚ ਦਿੱਤੀ, ਪਰ ਪਾਰਟੀ ਸਫਾਂ ਵਿੱਚ ਮੌਜੂਦ ਅੰਗਰੇਜ਼ਾਂ ਦੇ ਕੁਝ ਟਾਊਟ ਏਜੰਟ ਕਿਰਪਾਲ ਸਿੰਘ ਵਰਗੇ ਹਾਕਮਾਂ ਤੱਕ ਉਹਨਾਂ ਨੇ ਖਬਰਾਂ ਪਹੁੰਚਾ ਦਿੱਤੀਆਂ। ਸਰਾਭਾ ਤੇ ਉਹਨਾਂ ਦੇ ਸਾਥੀਆਂ ਨੂੰ ਪਤਾ ਲੱਗ ਗਿਆ। ਉਹਨਾਂ ਨੇ ਇਹ ਤਾਰੀਖ ਬਦਲ ਦਿੱਤੀ, 15 ਦੀ ਬਜਾਏ 19 ਫਰਵਰੀ ਕਰ ਦਿੱਤੀ ਗਈ ਅਤੇ ਜਾਸੂਸ ਫਿਰ ਅੰਗਰੇਜ਼ਾਂ ਨੂੰ ਖਬਰ ਦੇਣ ਦੇ ਵਿੱਚ ਇੱਕ ਵਾਰ ਕਾਮਯਾਬ ਹੋ ਗਿਆ ਕਿ ਤਾਰੀਖ ਬਦਲ ਦਿੱਤੀ ਗਈ ਹੈ। ਇਹਨਾਂ ਹਾਲਾਤਾਂ ਵਿੱਚ ਗਦਰ ਸਫਲ ਨਾ ਹੋ ਸਕਿਆ ਅਤੇ ਅੰਗਰੇਜ਼ਾਂ ਨੇ ਗਦਰੀਆਂ ਦੀ ਫੜੋਫੜੀ ਸ਼ੁਰੂ ਕਰ ਦਿੱਤੀ। ਕਰਤਾਰ ਸਿੰਘ ਸਰਾਭਾ ਅਤੇ ਉਹਨਾਂ ਦੇ ਸਾਥੀ ਵਿਦੇਸ਼ ਜਾਣ ਲਈ ਅਫਗਾਨਿਸਤਾਨ ਦੀ ਸਰਹੱਦ ਤੇ ਪੁੱਜ ਗਏ। ਉਹ ਇਹ ਸੋਚ ਕੇ ਵਾਪਸ ਪਰਤ ਆਏ ਕਿ ਵਿਦੇਸ਼ ਜਾਣ ਦੀ ਥਾਂ ਦੇਸ਼ ਦੇ ਲੋਕਾਂ ਨੂੰ ਜਾਗਰੂਕ ਕਰਕੇ ਭਾਰਤ ਦੀ ਆਜ਼ਾਦੀ ਦੀ ਜੰਗ ਲੜੀ ਜਾਵੇ। ਜਦੋਂ ਉਹ ਵਾਪਸ ਜਾ ਰਹੇ ਸਨ ਤਾਂ ਰਸਤੇ ਦੇ ਵਿੱਚੋਂ ਮੁਖਬਰ ਨੇ ਮੁਖਬਰੀ ਕੀਤੀ। ਕਰਤਾਰ ਸਿੰਘ ਸਰਾਭਾ, ਜਗਤ ਸਿੰਘ ਸੁਰ ਸਿੰਘ, ਹਰਨਾਮ ਸਿੰਘ ਟੁੰਡੀ ਲਾਟ ਨੂੰ ਫੜ ਲਿਆ ਜਾਂਦਾ ਹੈ। ਅੰਗਰੇਜ਼ ਹਾਕਮਾਂ ਨੇ ਕਰਤਾਰ ਸਿੰਘ ਸਰਾਭਾ, ਜਗਤ ਸਿੰਘ ਸੁਰ ਸਿੰਘ, ਵਿਸ਼ਨੂੰ ਗਣੇਸ਼ ਪਿੰਗਲੇ, ਹਰਨਾਮ ਸਿੰਘ ਸਿਆਲਕੋਟੀ, ਬਖਸ਼ੀਸ਼ ਸਿੰਘ, ਸੁਰੈਣ ਸਿੰਘ ਦੋ ਸਨ, ਦੋਵੇਂ ਸੁਰੈਣ ਸਿੰਘ, ਉਹਨਾਂ ਨੂੰ 16 ਨਵੰਬਰ ਭਾਵ ਅੱਜ ਦੇ ਦਿਨ 1915 ਨੂੰ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ। ਸੋ ਅੱਜ ਦੇ ਦਿਨ ਉਚੇਚੇ ਤੌਰ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਯਾਦ ਕਰਨਾ ਬਣਦਾ ਹੈ। ਮੈਂ ਕੱਲ੍ਹ ਦੇ ਪ੍ਰੋਗਰਾਮ ਵਿੱਚ ਵੀ ਟਿੱਪਣੀ ਕੀਤੀ ਸੀ ਤੇ ਇੱਕ ਵਾਰੀ ਫਿਰ ਕਰਦਾ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਆਦਮਪੁਰ ਜਾਂਦੇ ਨੇ, ਕਹਿੰਦੇ ਨੇ ਕਿ ਭਾਈ ਆਦਮਪੁਰ ਹਵਾਈ ਅੱਡੇ ਦਾ ਨਾਮ ਅਸੀਂ ਬਦਲ ਕੇ ਸ਼੍ਰੀ ਗੁਰੂ ਰਵਿਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰੱਖ ਦਿਆਂਗੇ। ਮੈਂ ਉਸ ਵਕਤ ਵੀ ਆਖਿਆ ਸੀ ਕਿ ਕਰਤਾਰ ਸਿੰਘ ਸਰਾਭਾ ਦੀ ਬਿਲਕੁਲ ਉਹ ਇਲਾਕੇ ਵਿੱਚ ਜਿੱਥੇ ਹਲਵਾਰਾ ਹਵਾਈ ਅੱਡਾ ਬਣਿਆ, ਚਿਰੋਕਣੀ ਮੰਗ ਹੈ ਆਲੇ ਦੁਆਲੇ ਦੇ ਲੋਕਾਂ ਦੀ, ਭਾਰਤੀਆਂ ਦੀ, ਪੰਜਾਬੀਆਂ ਦੀ, ਉਹਦਾ ਨਾਮ ਬਦਲਣ ਦੇ ਵਾਸਤੇ ਕੌਣ ਹੰਬਲਾ ਮਾਰੂਗਾ। ਆਲੇ ਦੁਆਲੇ ਦੇ ਇਲਾਕੇ ਦੇ ਲੋਕਾਂ ਦੀ ਮੰਗ ਹੈ, ਪਰ ਮੁੱਖ ਮੰਤਰੀ ਸਾਹਿਬ ਇੱਧਰ ਵੀ ਥੋੜ੍ਹਾ ਜਿਹਾ ਧਿਆਨ ਦਿਓ। ਤੇ ਇੱਕ ਵਾਰੀ ਫਿਰ ਅਦਾਰਾ TVN ਦੇ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਆਪਣੀ ਸ਼ਰਧਾ ਤੇ ਸਤਿਕਾਰ ਭੇਂਟ ਕੀਤਾ ਜਾ ਰਿਹਾ ਹੈ। ਤੇ ਹੁਣ ਕਰਦੇ ਹਾਂ ਨਵਜੋਤ ਸਿੰਘ ਸਿੱਧੂ ਦੀ ਗੱਲ। ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਤਕਰੀਬਨ 1.5 ਮਹੀਨੇ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਇੱਕ ਵਾਰੀ ਫਿਰ ਤੋਂ ਉਹ ਸਰਗਰਮ ਹੋ ਗਏ ਹੈ। ਨਵਜੋਤ ਸਿੰਘ ਸਿੱਧੂ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਕਾਫੀ ਕੁਝ ਹੋਇਆ। ਉਹਨਾਂ ਨੇ ਆਖਿਆ ਕਿ ਕਾਂਗਰਸ ਹਾਈ ਕਮਾਨ ਨੇ ਉਹਨਾਂ ਦੇ ਪੰਜਾਬ ਮਾਡਲ ਨੂੰ ਦਰਅਸਲ ਪ੍ਰਵਾਨਗੀ ਦੇ ਦਿੱਤੀ ਹੈ, ਮਨਜ਼ੂਰੀ ਦੇ ਦਿੱਤੀ ਹੈ। ਉਹ ਕਹਿੰਦੇ ਇਸੇ ਮਹੀਨੇ ਕਾਂਗਰਸ ਦੇ ਵਿੱਚ ਆਪਣੀ ਤਾਕਤ, ਆਪਣੀ ਮਸਲ ਪਾਵਰ ਦਿਖਾਉਣਗੇ। ਪੰਜਾਬ ਵਿਧਾਨ ਸਭਾ ਚੋਣਾਂ ਦੇ ਬਾਬਤ ਗੱਲਬਾਤ ਵੀ ਉਹਨਾਂ ਨੇ ਕੀਤੀ। ਉਹਨਾਂ ਇਹ ਆਖਿਆ ਕਿ ਉਮੀਦਵਾਰਾਂ ਦੀ ਟਿਕਟਾਂ ਦੀ ਜਿਹੜੀ ਵੰਡ ਹੋਊਗੀ ਉਹ ਮੈਰਿਟ ਦੇ ਆਧਾਰ ਤੇ ਕੀਤੀ ਜਾਊ। ਇਹ ਜ਼ਰੂਰੀ ਨਹੀਂ ਹੋਏਗਾ, ਉਹ ਕਹਿੰਦੇ, ਕਿ ਜਿਹੜੇ ਮੌਜੂਦਾ ਵਿਧਾਇਕ ਨੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾਣ, ਪਰ ਮੈਰਿਟ ਜ਼ਰੂਰ ਚੈੱਕ ਕੀਤੀ ਜਾਏਗੀ। ਉਹ ਭਾਵੇਂ ਨਵੇਂ ਹੋਣ ਭਾਵੇਂ ਮੌਜੂਦਾ ਹੋਣ। ਉਮੀਦਵਾਰਾਂ ਦੀ ਲਿਸਟ ਹੈ ਜਿਹੜੀ ਉਹ ਅਖੀਰ ਦੇ ਵਿੱਚ ਕਹਿੰਦੇ ਜਾਰੀ ਕਰਾਂਗੇ। ਉਹਨਾਂ ਨੇ ਪੰਜਾਬ ਦੇ ਸਿਆਸੀ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੂੰ ਵੀ ਨਾਲ ਲਿਆਂਦਾ ਸੀ, ਭਾਵ ਉਹ ਵੀ ਇਸ ਪ੍ਰੈਸ ਕਾਨਫਰੰਸ ਵਿੱਚ ਮੌਜੂਦ ਸਨ। ਮੁੱਖ ਮੰਤਰੀ ਦਾ ਉਮੀਦਵਾਰ ਕੌਣ ਹੋਵੇਗਾ, ਚਿਹਰਾ ਕੌਣ ਹੋਵੇਗਾ, ਇਹ ਸਵਾਲ ਵੀ ਉਹਨਾਂ ਨੂੰ ਪੁੱਛਿਆ ਗਿਆ ਤੇ ਗੱਲ ਉਹਨਾਂ ਨੇ ਗੋਲ ਮੋਲ ਜੀ ਕਰ ਦਿੱਤੀ, ਕਿਉਂਕਿ ਸਿਆਸਤਦਾਨ ਨੇ। ਉਹਨਾਂ ਨੇ ਕਿਹਾ ਕਿ ਪੰਜਾਬ ਦਾ ਹਰ ਇੱਕ ਸ਼ਖਸ ਸਾਡੇ ਲਈ ਮੁੱਖ ਮੰਤਰੀ ਦਾ ਚਿਹਰਾ, ਮੁੱਖ ਮੰਤਰੀ ਦਾ ਫੇਸ ਹੈ। ਸਿੱਧੂ ਨੇ ਆਖਿਆ ਕਿ ਕਾਂਗਰਸ ਸੰਗਠਨ ਦੇ ਵਿੱਚ ਵੀ ਜਲਦ ਵਿਸਥਾਰ ਕੀਤਾ ਜਾਏਗਾ ਤੇ ਵੱਡੇ ਮੁੱਦੇ ਬੇਅਦਬੀ ਵਾਲਾ, ਨਸ਼ਿਆਂ ਦਾ ਮਸਲਾ, ਇਹ ਵੀ ਉਹਨਾਂ ਨੂੰ ਸਵਾਲ ਪੁੱਛਿਆ ਗਿਆ। ਇਸ ਮਸਲੇ ਤੇ ਉਹਨਾਂ ਨੇ ਕਿਹਾ ਕਿ ਇਹਦਾ ਹੱਲ ਵੀ ਕੱਢ ਲਿਆ ਜਾਏਗਾ। ਦੱਸਣਾ ਬਣਦਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤਕਰੀਬਨ 1.5 ਮਹੀਨੇ ਤੋਂ ਬਾਅਦ ਕਾਂਗਰਸ ਭਵਨ ਦੇ ਵਿੱਚ ਆਏ ਅਤੇ ਪਾਰਟੀ ਦਾ ਕਾਰਜਭਾਗ ਉਹਨਾਂ ਨੇ ਸੰਭਾਲ ਲਿਆ। ਇਸ ਮੌਕੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਕਿ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ, ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ ਅਤੇ ਕੈਬਨਿਟ ਮੰਤਰੀ ਪ੍ਰਗਟ ਸਿੰਘ ਅਤੇ ਵੱਡੀ ਗਿਣਤੀ ਵਿੱਚ ਹੋਰ ਕਾਂਗਰਸੀ ਵਰਕਰ ਮੌਜੂਦ ਰਹੇ। ਪਰ ਜਿਹੜੀਆਂ ਉਹਨਾਂ ਨੇ ਕੁਝ ਵੱਡੀਆਂ ਗੱਲਾਂ ਆਖੀਆਂ ਨੇ ਕਿ ਮੈਰਿਟ ਦੇ ਆਧਾਰ ਤੇ ਟਿਕਟਾਂ ਦਿੱਤੀਆਂ ਜਾਣਗੀਆਂ, ਹੋ ਸਕਦਾ ਕਿ ਮੌਜੂਦਾ ਵਿਧਾਇਕਾਂ ਨੂੰ ਵੀ ਟਿਕਟਾਂ ਨਾ ਮਿਲਣ। ਇੱਥੋਂ ਉਹਨਾਂ ਨੇ ਇਸ਼ਾਰਾ ਕਰ ਦਿੱਤਾ ਹੈ
ਕਿ ਕੁਝ ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਜਾ ਸਕਦੀਆਂ ਨੇ। ਹੁਣ ਇਹ ਸਮਝੋ ਕਿ ਹੁਣ ਤੋਂ ਹੀ ਆਪਣੀ ਭੱਲ ਬਣਾਉਣ ਦੇ ਲਈ ਦਿੱਲੀ ਦਰਬਾਰ ਦੇ ਚੱਕਰ ਮਾਰਨੇ ਬਹੁਤ ਸਾਰੇ ਵਿਧਾਇਕਾਂ ਨੇ ਸ਼ੁਰੂ ਕਰ ਦੇਣੇ ਨੇ। ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੱਚਮੁੱਚ ਇੰਜ ਹੁੰਦਾ ਜਾਂ ਨਹੀਂ। ਹੁਣ ਗੱਲ ਆ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲ, ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਤਕਰੀਬਨ ਆਉਣ ਵਾਲਾ ਹੈ। ਕਰਤਾਰਪੁਰ ਸਾਹਿਬ ਦਾ ਲਾਂਘਾ ਅੱਜ 17 ਨਵੰਬਰ ਨੂੰ ਖੋਲ੍ਹ ਦਿੱਤਾ ਜਾਏਗਾ। ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਰਅਸਲ ਇਹ ਜਾਣਕਾਰੀ ਟਵੀਟ ਕਰਕੇ ਦਿੱਤੀ ਹੈ। ਉਹਨਾਂ ਕਿਹਾ ਕਿ ਮੋਦੀ ਸਰਕਾਰ ਦੀ ਗੁਰੂ ਨਾਨਕ ਸਾਹਿਬ ਦੇ ਵਿੱਚ ਅਥਾਹ ਸ਼ਰਧਾ ਹੈ। ਨਾਨਕ ਨਾਮ ਲੈਵਾ ਸੰਗਤਾਂ ਦੀ ਸ਼ਰਧਾ ਨੂੰ ਮੁੱਖ ਰੱਖਦਿਆਂ ਹੋਇਆਂ ਕੇਂਦਰ ਸਰਕਾਰ ਨੇ ਦਰਅਸਲ ਉਹ ਕਹਿੰਦੇ ਇਹ ਫੈਸਲਾ ਕਰ ਲਿਆ। ਕਰੋਨਾ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹ ਦਿੱਤਾ ਜਾਣਾ ਹੈ। ਇਸ ਤੋਂ ਪਹਿਲਾਂ ਇੱਕ ਪ੍ਰਾਈਵੇਟ ਚੈਨਲ ਤੇ ਹਰਜੀਤ ਗਰੇਵਾਲ ਨੇ ਗੱਲਬਾਤ ਕੀਤੀ ਸੀ। ਉਹਨਾਂ ਨੇ ਆਖਿਆ ਸੀ ਕਿ ਲਾਂਘਾ ਖੋਲ੍ਹ ਦਿੱਤਾ ਜਾਏਗਾ। 17 ਨਵੰਬਰ ਵੀਰਵਾਰ ਨੂੰ ਪਤਾ ਲੱਗਿਆ ਕਿ ਸ਼ਰਧਾਲੂਆਂ ਵਾਸਤੇ ਇਹ ਲਾਂਘਾ ਖੋਲ੍ਹਣਾ ਹੈ। ਇਸ ਵਾਸਤੇ ਰਜਿਸਟ੍ਰੇਸ਼ਨ ਬੁੱਧਵਾਰ ਤੋਂ ਸ਼ੁਰੂ ਹੋ ਜਾਣੀ ਹੈ। 17 ਨਵੰਬਰ ਤੋਂ ਸਵੇਰੇ 11 ਵਜੇ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਜਾਏਗੀ। ਪਤਾ ਲੱਗਿਆ ਹੈ ਕਿ ਇਸ ਦੌਰਾਨ ਪਹਿਲਾ ਜੱਥਾ 250 ਸ਼ਰਧਾਲੂਆਂ ਦਾ ਜਾਏਗਾ। ਇਸ ਜੱਥੇ ਵਿੱਚ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਸ਼ਮੂਲੀਅਤ ਕਰ ਸਕਣਗੀਆਂ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪੰਜਾਬ ਭਾਜਪਾ ਦੇ ਸੂਬਾਈ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਦੇ ਹੇਠ ਇੱਕ ਵਫਦ ਗਿਆ ਸੀ। ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨਾਲ ਮੁਲਾਕਾਤ ਕੀਤੀ ਸੀ ਅਤੇ ਅਪੀਲ ਕੀਤੀ ਸੀ ਕਿ ਇਹ ਲਾਂਘਾ ਖੋਲ੍ਹ ਦਿੱਤਾ ਜਾਵੇ। ਹੁਣ ਭਾਜਪਾ ਦੇ ਆਗੂ ਉਹ ਕਹਿੰਦੇ ਨੇ ਕਿ ਅਸੀਂ ਇਹ ਲਾਂਘਾ ਖੁਲਵਾਤਾ ਤੇ ਸਿਆਸਤ ਸ਼ੁਰੂ ਹੋ ਗਈ ਹੈ। ਤੇ ਇਹਦੇ ਨਾਲ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ, ਉਹਨਾਂ ਨੇ ਵੀ ਆਖਿਆ ਸੀ ਕਿ 19 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੈ। ਗੁਰੂ ਨਾਨਕ ਦੇਵ ਦੇ ਪੈਰੋਕਾਰਾਂ ਨੂੰ ਪਾਕਿਸਤਾਨ ਦੇ ਵਿੱਚ ਉਹਨਾਂ ਦੇ ਜਨਮ ਸਥਾਨ ਦੀ ਯਾਤਰਾ ਕਰਨ ਦੀ ਆਗਿਆ ਵੀ ਦਿੱਤੀ ਜਾਵੇ। ਕੇਂਦਰ ਸਰਕਾਰ ਨੂੰ ਉਹਨਾਂ ਨੇ ਇਹ ਅਪੀਲ ਕੀਤੀ ਸੀ। ਇਹ ਲਾਂਘਾ ਦੱਸਣਾ ਬਣਦਾ ਕਿ 9 ਨਵੰਬਰ 2019 ਨੂੰ ਖੋਲ੍ਹ ਦਿੱਤਾ ਗਿਆ ਸੀ। ਭਾਵੇਂ ਕੋਈ ਕਹੇ ਕਿ ਭਾਜਪਾ ਦੀ ਪਹਿਲ ਕਦਮੀ ਸੀ, ਪਰ ਦਰਅਸਲ ਸਥਿਤੀ ਇਹ ਸੀ ਕਿ ਨਵਜੋਤ ਸਿੰਘ ਸਿੱਧੂ ਦੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ ਸੀ। ਇਤਿਹਾਸਕ ਗੁਰਦੁਆਰਾ ਭਾਰਤ ਪਾਕਿਸਤਾਨ ਦੀ ਜਿਹੜੀ ਕੌਮਾਂਤਰੀ ਸਰਹੱਦ ਹੈ ਉਹਦੇ ਤੋਂ ਤਕਰੀਬਨ ਪੌਣੇ 5 ਕਿਲੋਮੀਟਰ ਦੀ ਦੂਰੀ ਤੇ ਹੈ ਅਤੇ 1947 ਦੀ ਵੰਡ ਤੋਂ ਬਾਅਦ ਇਹਨੂੰ ਭਾਰਤੀ ਖੇਤਰ ਦਾ ਹਿੱਸਾ ਬਣਾਉਣ ਦੀ ਗੱਲਬਾਤ ਵੀ ਲਗਾਤਾਰ ਹੁੰਦੀ ਰਹੀ। ਉਹਨਾਂ ਦਾਅਵਾ ਕੀਤਾ ਕਿ ਸਿੱਖ ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਦੀ ਮੁਫਤ ਯਾਤਰਾ ਦੀ ਸਹੂਲਤ ਦੇਣ ਦੀ ਜਿਹੜੀ ਕੋਵਿਡ ਦੀ ਸਥਿਤੀ ਦੇ ਵਿੱਚ ਪਾਬੰਦੀਆਂ ਲਾ ਦਿੱਤੀਆਂ ਗਈਆਂ ਸੀ। ਜਦੋਂ ਹੁਣ ਸਾਰਾ ਕੁਝ ਖੁੱਲ੍ਹ ਗਿਆ ਸੀ, ਕੋਵਿਡ ਦੀ ਸਥਿਤੀ ਵਿੱਚ ਸੁਧਾਰ ਹੋ ਗਿਆ ਸੀ, ਤਾਂ ਫਿਰ ਇਹ ਖੋਲ੍ਹ ਦੇਣਾ ਚਾਹੀਦਾ ਸੀ। ਪਿਛਲੇ ਸਾਲ ਮਹਾਮਾਰੀ ਕਾਰਨ ਵੀਜ਼ਾ ਮੁਕਤ ਕੋਰੀਡੋਰ ਬੰਦ ਕਰ ਦਿੱਤਾ ਗਿਆ ਸੀ ਕਿਉਂਕਿ ਯਾਤਰਾ ਦੇ ਉੱਤੇ ਪਾਬੰਦੀਆਂ ਲੱਗ ਗਈਆਂ ਸੀ। ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਆਖ ਰਹੇ ਨੇ ਕਿ ਇਹ ਲਾਂਘਾ ਮੇਰੀ ਦਰਖਾਸਤ ਤੋਂ ਬਾਅਦ ਖੁੱਲ੍ਹਿਆ ਹੈ। ਉਹ ਕਹਿੰਦੇ ਸੀ ਕਿ ਕੇਂਦਰ ਸਰਕਾਰ ਦੇ ਵੱਲੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹੇ ਜਾਣ ਦਾ ਸਵਾਗਤ ਕਰਦਾ, ਕਹਿੰਦੇ ਕਿਉਂਕਿ ਬੀਤੇ ਦਿਨੀ ਮੈਂ ਵੀ ਪ੍ਰਧਾਨ ਮੰਤਰੀ ਜੀ ਨੂੰ ਮਿਲ ਕੇ, ਅਮਿਤ ਸ਼ਾਹ ਜੀ ਨੂੰ ਮਿਲ ਕੇ ਇਹ ਲਾਂਘਾ ਖੋਲ੍ਹਣ ਦੇ ਬਾਬਤ ਆਖਿਆ ਸੀ ਕਿ ਲਾਂਘਾ ਖੋਲ੍ਹ ਦਿੱਤਾ ਜਾਏ। ਉਹਨਾਂ ਆਖਿਆ ਕਿ ਇਹ ਇੱਕ ਮੁਬਾਰਕ ਮੌਕਾ ਹੈ। ਇਹ ਸਿੱਖ ਕੌਮ ਦੀ ਅਰਦਾਸ ਵੀ ਪੂਰੀ ਹੋਈ ਹੈ। ਭਾਵੇਂ ਭਾਜਪਾ ਵਾਲੇ ਕ੍ਰੈਡਿਟ ਲੈਣਾ ਚਾਹੁੰਦੇ ਹੋਣ ਤੇ ਭਾਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕ੍ਰੈਡਿਟ ਲੈਣਾ ਚਾਹੁੰਦੇ ਹੋਣ, ਦਰਅਸਲ ਲੋਕ ਵੀ ਚਾਹੁੰਦੇ ਸੀ ਤੇ ਦਰਅਸਲ ਖੁੱਲ੍ਹ ਵੀ ਜਾਣਾ ਸੀ। ਮੈਂ ਕੱਲ੍ਹ ਵੀ ਜ਼ਿਕਰ ਕਰ ਰਿਹਾ ਸੀ ਕਿ ਦਰਅਸਲ ਸਾਰਾ ਕੁਝ ਖੁੱਲ੍ਹ ਗਿਆ, ਖੋਲ੍ਹਣਾ ਤਾਂ ਵੈਸੇ ਵੀ ਸੀ, ਪਰ ਫਿਰ ਵੀ ਭਾਜਪਾ ਵਾਲਿਆਂ ਦੇ ਸਿਰਾ ਉਹ ਬੰਨ੍ਹਣਾ ਚਾਹੁੰਦੇ ਸੀ। ਪਰ ਉਹਨਾਂ ਨੇ ਫਿਰ ਵੀ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦਾ ਧੰਨਵਾਦ ਕੀਤਾ ਹੈ। ਤੇ ਇਹਦੇ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ, ਮੁੱਖ ਮੰਤਰੀ ਚੰਨੀ ਹੋਰਾਂ ਨੇ, ਕਿ 18 ਨਵੰਬਰ ਨੂੰ ਪਹਿਲੇ ਜਥੇ ਨਾਲ ਉਹ ਆਪ ਖੁਦ ਅਤੇ ਸਮੁੱਚੀ ਪੰਜਾਬ ਕੈਬਨਿਟ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਏਗੀ। ਮੁੱਖ ਮੰਤਰੀ ਨੇ ਕਿਹਾ ਕਿ ਕਰੋਨਾ ਕਰਕੇ ਨੁਕਸਾਨ ਨਾ ਹੋਵੇ, ਇਸ ਲਈ ਕੇਂਦਰ ਸਰਕਾਰ ਦੇ ਵੱਲੋਂ ਇਹ ਲਾਂਘਾ ਭਾਵੇਂ ਬੰਦ ਕੀਤਾ ਹੋਇਆ ਸੀ। ਉਹਨਾਂ ਕਿਹਾ ਕਿ ਭਾਵੇਂ ਇਹ ਲਾਂਘਾ ਖੋਲ੍ਹਣ ਦਾ ਫੈਸਲਾ ਦੇਰ ਨਾਲ ਲਿਆ ਗਿਆ, ਪਰ ਫਿਰ ਵੀ ਉਹ ਕੇਂਦਰ ਸਰਕਾਰ ਦੇ ਲਾਂਘਾ ਨੂੰ ਖੋਲ੍ਹਣ ਵਾਲੇ ਫੈਸਲੇ ਦਾ ਸਵਾਗਤ ਕਰਦੇ ਹੈ ਤੇ ਸੰਗਤਾਂ ਨੂੰ ਮੁਬਾਰਕਾਂ ਪੇਸ਼ ਕਰਦੇ ਹੈ। ਹੁਣ ਤੁਸੀਂ ਵੇਖੋ ਕਿ ਲਾਂਘਾ ਬੰਦ ਠੀਕ ਹੈ, ਕੋਵਿਡ-19 ਦਾ ਜ਼ੋਰ, ਪਰ ਵਿਆਹ ਹੋ ਰਹੇ ਨੇ, ਪੈਲਸ ਖੁੱਲ੍ਹ ਚੁੱਕੇ ਨੇ, ਇਹਦੇ ਨਾਲ ਹੀ ਸਿਨੇਮਾ ਘਰ ਖੁੱਲ੍ਹ ਚੁੱਕੇ ਨੇ, ਹਰ ਇੱਕ ਚੀਜ਼ ਜੇ ਖੁੱਲ੍ਹ ਚੁੱਕੀ ਹੈ, ਤਾਂ ਫਿਰ ਕਰਤਾਰਪੁਰ ਸਾਹਿਬ ਵਾਲਾ ਇਹ ਕੋਰੀਡੋਰ ਇੰਨੀ ਦੇਰ ਬਾਅਦ ਕਿਉਂ ਖੋਲ੍ਹਿਆ ਗਿਆ? ਪਰ ਫਿਰ ਵੀ ਜਿਵੇਂ ਮਰਜ਼ੀ ਖੋਲ੍ਹਿਆ ਗਿਆ, ਇਹ ਲਾਂਘਾ ਖੋਲ੍ਹੇ ਜਾਣ ਦੀ ਸੰਗਤਾਂ ਦੇ ਵਿੱਚ ਅਥਾਹ ਖੁਸ਼ੀ ਹੈ। ਤੇ ਅਗਲੀ ਖਬਰ ਹੈ ਨਾ, ਜਿਹੜੀ ਬਹੁਤ ਮਹੱਤਵਪੂਰਨ ਤੇ ਵੱਡੀ ਖਬਰ ਹੈ। ਦਰਅਸਲ ਪੋਸਟਮਾਰਟਮ ਕੀਤਾ ਜਾਂਦਾ ਹੈ ਜਦੋਂ ਕਿਸੇ ਦੀ ਮੌਤ ਹੁੰਦੀ ਹੈ। ਹੁਣ ਕੇਂਦਰ ਸਰਕਾਰ ਨੇ ਕੁਝ ਢੁਕਵੀਆਂ ਤੇ ਬੁਨਿਆਦੀ ਸਹੂਲਤਾਂ ਵਾਲੇ ਹਸਪਤਾਲਾਂ ਦੇ ਵਿੱਚ ਪੋਸਟਮਾਰਟਮ ਨੂੰ ਲੈ ਕੇ ਕੁਝ ਵੱਡੀਆਂ ਤਬਦੀਲੀਆਂ ਕਰ ਦਿੱਤੀਆਂ ਨੇ।
ਤਬਦੀਲੀਆਂ ਦੇ ਅਨੁਸਾਰ ਸੂਰਜ ਡੁੱਬਣ ਤੋਂ ਬਾਅਦ ਭਾਵ ਰਾਤ ਨੂੰ ਵੀ ਪੋਸਟਮਾਰਟਮ ਕਰਨ ਦੀ ਹੁਣ ਆਗਿਆ ਦੇ ਦਿੱਤੀ ਗਈ ਹੈ। ਹਾਲਾਂਕਿ ਇਹਦੇ ਵਿੱਚ ਹੱਤਿਆ, ਖੁਦਕੁਸ਼ੀ, ਵੱਡੀਆਂ ਟੁੱਕੀਆਂ ਲਾਸ਼ਾਂ ਅਤੇ ਸ਼ੱਕੀ ਹਾਲਤ ਵਿੱਚ ਹੋਈ ਮੌਤ ਦੇ ਮਾਮਲੇ ਨੂੰ ਸ਼ਾਮਲ ਭਾਵੇਂ ਨਹੀਂ ਕੀਤਾ ਗਿਆ। ਹੁਣ ਇਸ ਘਟਨਾਕ੍ਰਮ ਦਾ ਜ਼ਿਕਰ ਕਰਦੇ ਹੋਏ ਕੇਂਦਰ ਦੇ ਸਿਹਤ ਮੰਤਰੀ ਨੇ ਮਨਸੁਖ ਮਾਂਡਵੀਆ ਹੋਰਾਂ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਅੰਗਰੇਜ਼ਾਂ ਦੇ ਸਮੇਂ ਦੀ ਵਿਵਸਥਾ ਖਤਮ ਕਰ ਦਿੱਤੀ ਗਈ ਹੈ। ਹੁਣ ਪੋਸਟਮਾਰਟਮ 24 ਘੰਟੇ ਭਾਵ ਦਿਨ ਨੂੰ ਵੀ ਅਤੇ ਰਾਤ ਨੂੰ ਵੀ ਹੋ ਸਕਿਆ ਕਰੇਗਾ। ਪ੍ਰਧਾਨ ਮੰਤਰੀ ਮੋਦੀ ਦੇ ਸੁਸ਼ਾਸਨ ਦੇ ਵਿਹਾਰ ਨੂੰ ਵਿਚਾਰ ਨੂੰ ਅੱਗੇ ਵਧਾਉਂਦੇ ਹੋਏ ਸਿਹਤ ਮੰਤਰਾਲੇ ਨੇ ਉਹ ਕਹਿੰਦੇ ਫੈਸਲਾ ਕਰ ਲਿਆ ਕਿ ਜਿਨ੍ਹਾਂ ਹਸਪਤਾਲਾਂ ਦੇ ਵਿੱਚ ਰਾਤ ਨੂੰ ਵੀ ਪੋਸਟਮਾਰਟਮ ਕਰਨ ਦੀ ਸਹੂਲਤ ਹੈ ਉਹ ਹੁਣ ਸੂਰਜ ਡੁੱਬਣ ਤੋਂ ਬਾਅਦ ਵੀ ਉੱਥੇ ਪੋਸਟਮਾਰਟਮ ਕਰ ਸਕਿਆ ਕਰਨਗੇ। ਉਹਨਾਂ ਨੇ ਕਿਹਾ ਕਿ ਮ੍ਰਿਤਕਾਂ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਇਲਾਵਾ ਇਹ ਨਵੀਂ ਪ੍ਰਕਿਰਿਆ ਅੰਗਦਾਨ ਅਤੇ ਟ੍ਰਾਂਸਪਲਾਂਟ ਨੂੰ ਹੱਲਾਸ਼ੇਰੀ ਦੇਵੇਗੀ, ਕਿਉਂਕਿ ਪ੍ਰਕਿਰਿਆ ਤੋਂ ਬਾਅਦ ਤੈਅ ਸਮੇਂ 'ਚ ਅੰਗਾਂ ਨੂੰ ਕੱਢਿਆ ਜਾ ਸਕਦਾ ਹੈ। ਮੰਤਰਾਲੇ ਨੇ ਇਹ ਵੀ ਆਖਿਆ ਕਿ ਇਸ ਬਾਰੇ ਚਰਚਾ ਹੋਈ ਹੈ ਕਿ ਕੁਝ ਸੰਸਥਾਵਾਂ ਪਹਿਲਾਂ ਤੋਂ ਹੀ ਰਾਤ ਦੇ ਸਮੇਂ ਪੋਸਟਮਾਰਟਮ ਕਰ ਰਹੀਆਂ ਸਨ। ਨਾਲ ਹੀ ਤਕਨੀਕ ਵਿੱਚ ਤੇਜ਼ੀ ਨਾਲ ਤਰੱਕੀ ਅਤੇ ਸੁਧਾਰ ਨੂੰ ਦੇਖਦੇ ਹੋਏ ਖਾਸ ਤੌਰ ਤੇ ਜ਼ਰੂਰੀ ਪ੍ਰਕਾਸ਼ ਵਿਵਸਥਾ ਅਤੇ ਪੋਸਟਮਾਰਟਮ ਲਈ ਜ਼ਰੂਰੀ ਬੁਨਿਆਦੀ ਢਾਂਚੇ ਦੀ ਉਪਲਬਧਤਾ ਕਾਰਨ ਹਸਪਤਾਲਾਂ ਦੇ ਵਿੱਚ ਹੁਣ ਰਾਤ ਦੇ ਸਮੇਂ ਪੋਸਟਮਾਰਟਮ ਕਰਨਾ ਮੁਮਕਿਨ ਹੈ। ਉਹਨਾਂ ਦੇ ਮੁਤਾਬਕ ਸੰਬੰਧਿਤ ਪ੍ਰੋਟੋਕੋਲ 'ਚ ਕਿਹਾ ਗਿਆ ਕਿ ਅੰਗਦਾਨ ਲਈ ਪੋਸਟਮਾਰਟਮ ਪਹਿਲ ਦੇ ਆਧਾਰ ਤੇ ਕੀਤਾ ਜਾਣਾ, ਕਿਉਂਕਿ ਮੌਤ ਤੋਂ ਬਾਅਦ ਕੁਝ ਸਮੇਂ ਦੇ ਅੰਦਰ ਜੇਕਰ ਅੰਗ ਕੱਢ ਲਏ ਜਾਣ ਤਾਂ ਕਿਸੇ ਹੋਰ ਦੇ ਉਹ ਕੰਮ ਆ ਸਕਦੇ ਹੈ। ਹੁਣ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਤੇ ਮਹੱਤਵਪੂਰਨ ਫੈਸਲਾ ਕੀਤਾ ਗਿਆ ਹੈ। ਹੁਣ ਪੋਸਟਮਾਰਟਮ ਪਹਿਲਾਂ ਦਿਨੇ ਵੀ ਹੁੰਦਾ ਸੀ ਤੇ ਰਾਤ ਨੂੰ ਨਹੀਂ ਸੀ ਕੀਤਾ ਜਾਂਦਾ, ਪਰ ਜਿਹੜੇ ਹਸਪਤਾਲਾਂ ਕੋਲ ਬੁਨਿਆਦੀ ਢਾਂਚਾ ਹੈ ਉੱਥੇ ਰਾਤ ਨੂੰ ਵੀ ਇਹ ਪੋਸਟਮਾਰਟਮ ਕਰ ਲਿਆ ਜਾਏਗਾ। ਪਰ ਨਾਲ ਉਹਨਾਂ ਨੇ ਇਹ ਆਖਿਆ ਕਿ ਪੋਸਟਮਾਰਟਮ ਜਦੋਂ ਕੀਤਾ ਜਾਵੇਗਾ ਤਾਂ ਉਹਦੀ ਵੀਡੀਓਗ੍ਰਾਫੀ ਬੜੀ ਲਾਜ਼ਮੀ ਹੈ, ਕਿਉਂਕਿ ਪੋਸਟਮਾਰਟਮ ਦੇ ਵਿੱਚ ਕਈ ਵਾਰੀ ਹੁੰਦਾ ਹੈ ਕਿ ਬਾਅਦ ਦੇ ਵਿੱਚ ਕਹਿੰਦੇ ਨੇ ਕਿ ਰਾਤ ਨੂੰ ਪੋਸਟਮਾਰਟਮ ਕਰ ਲਿਆ ਤੇ ਸਾਨੂੰ ਸ਼ੱਕ ਹੈ ਕਿ ਠੀਕ ਨਹੀਂ ਹੋਇਆ, ਵੀਡੀਓ ਰਿਕਾਰਡਿੰਗ ਜ਼ਰੂਰੀ ਕਰ ਦਿੱਤੀ ਹੈ। ਪ੍ਰੋਟੋਕੋਲ ਦੇ ਵਿੱਚ ਸਪਸ਼ਟ ਕੀਤਾ ਗਿਆ ਕਿ ਕਿਸੇ ਵੀ ਸ਼ੱਕ ਨੂੰ ਦੂਰ ਕਰਨ ਲਈ ਪੂਰੀ ਰਾਤ ਹੋਣ ਵਾਲੇ ਪੋਸਟਮਾਰਟਮਾਂ ਦੀ ਵੀਡੀਓ ਰਿਕਾਰਡਿੰਗ ਕੀਤੀ ਜਾਏਗੀ ਅਤੇ ਇਹ ਕਾਨੂੰਨੀ ਉਦੇਸ਼ ਲਈ ਭਵਿੱਖ ਦੇ ਸੰਦਰਭ ਦੇ ਵਿੱਚ ਸੰਭਾਲ ਕੇ ਵੀ ਰੱਖੀ ਜਾਏਗੀ। ਹਾਲਾਂਕਿ ਮੰਤਰਾਲੇ ਨੇ ਸਾਫ਼ ਕੀਤਾ, ਜਿਸ ਤਰ੍ਹਾਂ ਮੈਂ ਪਹਿਲਾਂ ਦੱਸ ਰਿਹਾ ਸੀ, ਕਿ ਜੇਕਰ ਕਤਲ ਹੋਇਆ, ਜੇਕਰ ਖੁਦਕੁਸ਼ੀ ਕੀਤੀ ਹੈ, ਜੇਕਰ ਜ਼ਬਰ ਜਨਾਹ ਹੋਇਆ, ਜੇਕਰ ਕੋਈ ਵੱਡੀ ਟੁੱਕੀ ਲਾਸ਼ ਹੈ, ਇਹ ਜਿੰਨੀ ਸ਼ੱਕੀ ਮਾਮਲੇ ਨੇ ਇਹਨਾਂ ਨੂੰ ਉਦੋਂ ਤੱਕ ਰਾਤ ਦੇ ਸਮੇਂ ਪੋਸਟਮਾਰਟਮ ਲਈ ਨਹੀਂ ਰੱਖਿਆ ਜਾਣਾ ਚਾਹੀਦਾ ਜਦੋਂ ਤੱਕ ਕਾਨੂੰਨ ਵਿਵਸਥਾ ਨਾਲ ਜੁੜੀ ਕੋਈ ਸਥਿਤੀ ਨਾ ਹੋਵੇ। ਇਹ ਸੱਚਮੁੱਚ ਬਹੁਤ ਵੱਡੀ ਤਬਦੀਲੀ ਹੈ ਅਤੇ ਅੰਗਰੇਜ਼ਾਂ ਦੇ ਵੇਲੇ ਤੋਂ ਰਾਤ ਦੇ ਸਮੇਂ ਪੋਸਟਮਾਰਟਮ ਤੇ ਪਾਬੰਦੀ ਸੀ। ਤੇ ਅਗਲੀ ਖਬਰ ਸਿੱਖ ਸਫਾ ਦੇ ਨਾਲ ਜੁੜੀ ਖਬਰ ਹੈ। ਸਰਨਾ ਤੇ ਜੀਕੇ ਦੇ ਖਿਲਾਫ ਦਿੱਲੀ ਕਮੇਟੀ ਦਾ ਵਫਦ ਕਹਿੰਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲੂਗਾ। ਹੁਣ ਕਾਰਨ ਕੀ ਹੈ? ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਅਤੇ ਉਹਨਾਂ ਦੇ ਸਾਥੀਆਂ ਦੇ ਵੱਲੋਂ ਕਮੇਟੀ ਦਫ਼ਤਰ ਦੇ ਵਿੱਚ ਗਾਲਾਂ ਕੱਢਣ ਅਤੇ ਮਾੜੇ ਵਤੀਰੇ ਦੀਆਂ ਵੀਡੀਓ ਰਿਕਾਰਡਿੰਗ ਮੀਡੀਆ ਨੂੰ ਜਾਰੀ ਕੀਤੀਆਂ ਨੇ। ਇਸੇ ਦੌਰਾਨ ਕਮੇਟੀ ਨੇ ਸਾਰੀ ਨਕਦੀ ਅਤੇ ਸਾਰਾ ਹਿਸਾਬ ਠੀਕ ਹੋਣ ਦੇ ਰਜਿਸਟਰ ਨੂੰ ਵੀ ਮੀਡੀਆ ਸਾਹਮਣੇ ਪੇਸ਼ ਕੀਤਾ। ਅਸਲ ਦੇ ਵਿੱਚ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਤੇ ਹੋਰ ਅਹੁਦੇਦਾਰ ਸੀ, ਉਹਨਾਂ ਨੇ ਪੁਲਿਸ ਨੂੰ ਨਾਲ ਲੈ ਕੇ ਸਰਨਾ ਟੋਲੇ ਦੇ ਵੱਲੋਂ ਕਮੇਟੀ ਦਫ਼ਤਰ ਦੇ ਵਿੱਚ ਕਿਹੜਾ ਮਾੜਾ ਵਰਤਾਓ ਕੀਤਾ ਗਿਆ ਸੀ ਵੀਡੀਓ ਤੇ ਆਡੀਓਜ਼ ਜਾਰੀ ਕੀਤੀਆਂ ਨੇ ਤੇ ਕਿਹਾ ਕਿ ਇਹਨਾਂ ਲੋਕਾਂ ਦਾ ਅਸਲ ਮਕਸਦ ਤਲਵਾਰਾਂ ਨਾਲ ਟਕਰਾ ਕਰਨਾ ਸੀ, ਜਿਸ ਦੇ ਬਹਾਨੇ ਇਹ ਕਮੇਟੀ ਦਾ ਸਾਰਾ ਪ੍ਰਬੰਧ ਸਰਕਾਰ ਹਵਾਲੇ ਕਰਵਾਉਣਾ ਚਾਹੁੰਦੀ ਸੀ। ਉਹਨਾਂ ਕਿਹਾ ਕਿ ਸਰਨਾ ਦੇ ਸਾਥੀਆਂ ਜਿਹੜੀ ਉਹ ਭੜਕਾਊ ਕੰਮ ਉਹਨੇ ਕੀਤਾ, ਗਾਲਾਂ ਕੱਢੀਆਂ ਨੇ, ਇਹਦੇ ਬਾਵਜੂਦ ਕਮੇਟੀ ਦੇ ਸਟਾਫ ਤੇ ਹੋਰ ਮੈਂਬਰਾਂ ਨੇ ਬਹੁਤ ਸੰਜਮ ਨਾਲ, ਠਰਮੇ ਨਾਲ, ਸਹਿਜ ਨਾਲ ਕੰਮ ਲਿਆ ਅਤੇ ਇਹਨਾਂ ਦੀ ਹਰ ਗੱਲ ਦਾ ਤਰਕ ਨਾਲ ਜਵਾਬ ਦਿੱਤਾ। ਜਦੋਂ ਸਰਨਾ ਨੂੰ ਹਿਸਾਬ ਵੇਖਣ ਤੇ ਨਕਦੀ ਗਿਣਨ ਅਤੇ ਗਿਣੀ ਨਕਦੀ ਦੀ ਲਿਖਤੀ ਰਸੀਦ ਦੇਣ ਵਾਸਤੇ ਕਿਹਾ ਤਾਂ ਕਹਿੰਦੇ ਸਰਨਾ ਢਿੱਡ 'ਚ ਦਰਦ ਹੋਣ ਦਾ ਬਹਾਨਾ ਬਣਾ ਕੇ ਬਾਹਰ ਚਲੇ ਗਏ ਤੇ ਉਹਨਾਂ ਦੇ ਸਾਥੀਆਂ ਨੇ ਵੀ ਤਕਰੀਬਨ ਇਹੋ ਹੀ ਕੀਤਾ। ਸਿਰਸਾ ਤੇ ਕਾਲਕਾ ਨੇ 38 ਲੱਖ ਰੁਪਏ ਦੇ ਪੁਰਾਣੇ ਨੋਟ ਤੋਸ਼ੇਖਾਨੇ 'ਚ ਹੋਣ ਦੇ ਦਾਅਵਿਆਂ ਦੇ ਜਵਾਬ ਵਿੱਚ ਮਨਜੀਤ ਸਿੰਘ ਜੀਕੇ ਵੱਲੋਂ ਪ੍ਰਧਾਨ ਹੋਣ ਸਮੇਂ ਪਾਏ ਮਤੇ ਤੇ ਰਿਜ਼ਰਵ ਬੈਂਕ ਦੇ ਗਵਰਨਰ ਨੂੰ ਲਿਖੀ ਇੱਕ ਚਿੱਠੀ ਦੀ ਕਾਪੀ ਵੀ ਮੀਡੀਆ ਨੂੰ ਦਿਖਾਈ। ਉਹਨਾਂ ਦੱਸਿਆ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਪੁਲਿਸ ਕੇਸ ਬਣਵਾਉਣ ਦੀ ਮੰਗ ਨੂੰ ਜੇਕਰ ਅਸੀਂ ਵੇਖੀਏ, ਉਸ ਮੰਗ ਦੇ ਚੱਕਰ ਦੇ ਵਿੱਚ ਜੀਕੇ ਇਹ ਭੁੱਲ ਗਏ ਕਿ ਜਦੋਂ ਨੋਟਬੰਦੀ ਹੋਈ ਸੀ 38 ਲੱਖ ਰੁਪਏ ਦੇ ਇਹ ਨੋਟ ਉਹਨਾਂ ਨੇ ਖੁਦ ਜਮ੍ਹਾਂ ਕਰਵਾਏ ਸੀ, ਜਦੋਂ ਬੈਂਕਾਂ ਨੇ ਇਹ ਨੋਟ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਉਹਨਾਂ ਨੇ ਆਪ ਜੇਕਰ ਰਿਜ਼ਰਵ ਬੈਂਕ ਦੇ ਗਵਰਨਰ ਨੂੰ ਚਿੱਠੀ ਵੀ ਲਿਖੀ ਸੀ
ਤਾਂ ਅੱਜ ਇਲਜ਼ਾਮ ਕਿਉਂ ਲਾ ਰਹੇ ਨੇ। ਸਿਰਸਾ ਨੇ ਆਖਿਆ ਕਮੇਟੀ ਦਾ ਇੱਕ ਵਫਦ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰੇਗਾ ਅਤੇ ਮੰਗ ਕਰੇਗਾ ਕਿ ਪੰਥ ਤੇ ਪੰਥਕ ਸੰਸਥਾਵਾਂ ਦੀ ਪਿੱਠ ਵਿੱਚ ਛੁਰਾ ਮਾਰਨ ਵਾਲੇ ਸਰਨਾ ਹੋਣ ਭਾਵੇਂ ਜੀ ਕੇ ਹੋਣ, ਉਹਨਾਂ ਨੂੰ ਤੁਰੰਤ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਜਾਵੇ ਅਤੇ ਪੰਥ ਚੋਂ ਛੇਕਿਆ ਜਾਵੇ। ਹੁਣ ਇਹਦੇ ਉੱਤੇ ਦੂਸਰੇ ਪਾਸੇ ਦੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਮਨਜੀਤ ਸਿੰਘ ਜੀ.ਕੇ ਹੋਰਾਂ ਨੇ ਇਹਦੇ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ। ਉਹਨਾਂ ਨੇ ਤੱਥ ਪੇਸ਼ ਕੀਤੇ ਨੇ ਕਿ ਭਾਈ ਉਹ ਜੋ ਕੁਝ ਦਿਖਾ ਰਹੇ ਨੇ ਉਹ ਬਿਲਕੁਲ ਝੂਠ ਦਾ ਪਲੰਦਾ ਹੈ। ਜਦੋਂ ਕਹਿੰਦੇ ਅਸੀਂ ਉਹਨਾਂ ਨੂੰ ਆਖਿਆ ਕਿ ਸਾਨੂੰ CCTV ਕੈਮਰੇ ਦੀ ਫੁਟੇਜ ਦਿਖਾ ਦਿਓ ਜਿੱਥੇ ਤੁਸੀਂ ਕਹਿੰਦੇ ਹੋ ਕਿ ਸਾਰੀ ਦੀ ਸਾਰੀ ਰਕਮ ਉਹ ਕਰੋੜ ਰੁਪਏ ਤੋਂ ਜ਼ਿਆਦਾ ਹੈ, 63 ਲੱਖ ਰੁਪਏ ਤੋਂ ਜ਼ਿਆਦਾ, ਉਹ ਕਿੱਥੇ ਸੀ, ਕਿੱਥੋਂ ਆਈ ਦੁਬਾਰਾ, ਇਹ ਰਕਮ ਪੂਰੀ ਕਿਵੇਂ ਹੋਈ। ਉਹਨਾਂ ਦੀ ਪ੍ਰੈਸ ਕਾਨਫਰੰਸ ਦੇ ਕੁਝ ਅੰਸ਼ ਨੇ ਜਿਹੜੇ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ, ਜਿਨ੍ਹਾਂ ਨੇ ਦੱਸ ਦਿੱਤਾ ਕਿ ਨਹੀਂ ਮਨਜਿੰਦਰ ਸਿੰਘ ਸਿਰਸਾ ਐਂਡ ਪਾਰਟੀ ਝੂਠ ਬੋਲ ਰਹੀ ਹੈ, ਜਦੋਂ ਕਿ ਦੂਸਰੇ ਪਾਸੇ ਮਨਜਿੰਦਰ ਸਿੰਘ ਹੋਰੀ ਕਹਿੰਦੇ ਨੇ, ਸਿਰਸਾ ਸਾਹਿਬ ਕਹਿੰਦੇ ਨੇ ਕਿ ਮਨਜੀਤ ਸਿੰਘ ਜੀ.ਕੇ ਤੇ ਸਰਨਾ ਹੋਰੀ ਝੂਠ ਬੋਲ ਰਹੇ ਨੇ। ਹੁਣ ਸੱਚਾ ਕੌਣ ਹੈ, ਝੂਠਾ ਕੌਣ ਹੈ, ਤੁਸੀਂ ਆਪ ਹਿਸਾਬ ਲਾਓ ਕਿ ਸਾਰੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਨੇ, ਪਰ ਅੰਦਰ ਕੀ ਕੁਝ ਰਿੱਝੀ ਜਾ ਰਿਹਾ, ਕੀ ਕੁਝ ਪੱਕੀ ਜਾ ਰਿਹਾ ਹੈ। ਸੱਚਮੁੱਚ ਸਿੱਖ ਪੰਥ ਜਦੋਂ ਇਹ ਖਬਰਾਂ ਸੁਣਦਾ ਹੈ, ਕੋਈ ਚੰਗੀਆਂ ਖਬਰਾਂ ਨਹੀਂ, ਤੁਹਾਨੂੰ ਯੋਗ ਪ੍ਰਬੰਧ ਦੇ ਵਾਸਤੇ ਚੁਣਿਆ ਜਾਂਦਾ ਹੈ, ਪਰ ਆਹ ਜੋ ਕੁਝ ਨਿਕਲ ਕੇ ਸਾਹਮਣੇ ਆ ਰਿਹਾ ਹੈ ਲੋਕਾਂ ਦੇ ਹਿਰਦਿਆਂ ਨੂੰ ਠੇਸ ਜ਼ਰੂਰ ਪਹੁੰਚਦੀ ਹੈ। ਅਗਲੀ ਖਬਰ, ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 20 ਨਵੰਬਰ ਵਾਲੇ ਦਿਨ ਮੋਗੇ ਆ ਰਹੇ ਨੇ। ਇਹਦੇ ਤੋਂ ਪਹਿਲਾਂ ਖਬਰਾਂ ਸੀ ਕਿ 14 ਨਵੰਬਰ ਨੂੰ ਉਹ ਮੋਗੇ ਆਉਣਗੇ। ਐਨ ਮੌਕੇ ਦੇ ਉੱਤੇ ਅਰਵਿੰਦ ਕੇਜਰੀਵਾਲ ਦਾ ਇਹ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਸੀ। 2022 ਦੀਆਂ ਵਿਧਾਨ ਸਭਾ ਚੋਣਾਂ ਬੜੀਆਂ ਨੇੜੇ ਆ ਰਹੀਆਂ ਨੇ। ਕੇਜਰੀਵਾਲ ਲਗਾਤਾਰ ਪੰਜਾਬ ਦੇ ਚੱਕਰ ਵੀ ਮਾਰ ਰਹੇ ਨੇ। ਜਿਹੜੀ ਹੁਣ ਚਰਚਾ ਮੋਗੇ ਆਉਣ ਦੀ ਉਹ ਕਾਫੀ ਅਹਿਮ ਹੈ ਕਿ ਕੇਜਰੀਵਾਲ ਮੋਗਾ ਜਦੋਂ ਆਉਣਗੇ ਤਾਂ ਉੱਥੇ ਬਾਲੀਵੁੱਡ ਅਦਾਕਾਰ ਸੋਨੂ ਸੂਦ ਨਾਲ ਉਹ ਮੁਲਾਕਾਤ ਕਰ ਸਕਦੇ ਆ। ਸੋਨੂ ਸੂਦ ਵੀ ਅੱਜ ਕੱਲ੍ਹ ਚਰਚਾ 'ਚ ਨੇ, ਮੋਗਾ ਦੇ ਵਿੱਚ ਆਪਣੇ ਘਰ ਦੇ ਵਿੱਚੋਂ ਠਹਿਰੇ ਹੋਏ ਨੇ। ਤੁਹਾਨੂੰ ਯਾਦ ਹੋਣਾ ਕਿ ਬੀਤੇ ਦਿਨੀ ਸੋਨੂ ਸੂਦ ਨੇ ਪ੍ਰੈਸ ਕਾਨਫਰੰਸ ਕੀਤੀ ਸੀ। ਆਪਣੀ ਭੈਣ ਮਾਲਵਿਕਾ ਸੂਦ ਦੇ ਚੋਣ ਲੜਨ ਦਾ ਉਹਨਾਂ ਨੇ ਐਲਾਨ ਕਰ ਦਿੱਤਾ ਸੀ। ਇਸੇ ਦੌਰਾਨ ਸੂਦ ਨੇ ਪੂਰੀ ਤਰ੍ਹਾਂ ਪੱਤੇ ਤਾਂ ਨਹੀਂ ਸੀ ਖੋਲ੍ਹੇ ਅਤੇ ਨਾ ਹੀ ਇਹ ਸਾਫ਼ ਕੀਤਾ ਸੀ ਕਿ ਉਹਨਾਂ ਦੀ ਭੈਣ ਕਿਹੜੀ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਨਿਤਰੇਗੀ, ਪਰ ਉਹਨਾਂ ਨੇ ਇਹ ਸੰਕੇਤ ਜ਼ਰੂਰ ਦਿੱਤੇ ਸੀ ਕਿ ਉਹਨਾਂ ਦੀ ਭੈਣ ਮਾਲਵਿਕਾ ਮੋਗਾ ਤੋਂ ਹੀ ਚੋਣ ਲੜਨਗੇ। ਪਰ ਸੋਨੂ ਸੂਦ ਦੇ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਵੀ ਮੁਲਾਕਾਤ ਕਰ ਲਈ ਗਈ ਸੀ ਅਤੇ ਚਰਚਾ ਸੀ ਕਿ ਉਹ ਕਾਂਗਰਸ ਦੇ ਵਿੱਚ ਸ਼ਮੂਲੀਅਤ ਕਰ ਸਕਦੇ ਆ, ਪਰ ਉਹਨਾਂ ਨੇ ਇਹ ਗੱਲ ਉਸ ਦਿਨ ਪ੍ਰੈਸ ਕਾਨਫਰੰਸ ਕਰਕੇ ਸਾਫ਼ ਕਰ ਦਿੱਤੀ ਸੀ ਕਿ ਉਹਨਾਂ ਦੀ ਭੈਣ ਚੋਣ ਤਾਂ ਲੜੂ, ਪਰ ਕਿਹੜੀ ਪਾਰਟੀ ਵੱਲੋਂ ਲੜੂ, ਕਿਹਦੀ ਉਮੀਦਵਾਰ ਹੋਊ, ਇਹ ਹਲੇ ਤੈਅ ਨਹੀਂ ਹੋਇਆ। ਉਹਨਾਂ ਨੇ ਕਿਹਾ ਸੀ ਕਿ 10 ਕੁ ਦਿਨਾਂ ਦੇ ਅੰਦਰ ਅੰਦਰ ਅਸੀਂ ਇਹ ਸਾਫ਼ ਕਰ ਦਿਆਂਗੇ। ਉਹਨਾਂ ਕਿਹਾ ਸੀ ਕਿ ਉਹ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨਾਲ ਮੁਲਾਕਾਤ ਕਰਕੇ ਵਿਚਾਰ ਕਰਨ ਤੋਂ ਬਾਅਦ ਫਿਰ ਕਿਸੇ ਫੈਸਲੇ ਤੇ ਪਹੁੰਚਣਗੇ। ਹੁਣ ਜਦੋਂ ਅਰਵਿੰਦ ਕੇਜਰੀਵਾਲ ਉਚੇਚੇ ਤੌਰ ਤੇ ਪੰਜਾਬ ਦੇ ਸ਼ਹਿਰ ਮੋਗਾ ਅਤੇ 20 ਨਵੰਬਰ ਨੂੰ ਆ ਰਹੇ ਨੇ, ਤਾਂ ਇਹ ਦੌਰਾ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਕਿ ਇਸੇ ਹੀ ਕਰਕੇ ਉਹ ਮੋਗੇ ਆ ਰਹੇ ਨੇ ਕਿ ਸੋਨੂ ਸੂਦ ਨਾਲ ਮੁਲਾਕਾਤ ਕਰਨਗੇ। ਪਰ ਹੋਣੀ ਹੈ ਜਾਂ ਨਹੀਂ, ਇਹ ਸੋਨੂ ਸੂਦ ਜਾਣੇ, ਇਹ ਕੇਜਰੀਵਾਲ ਜਾਣਨ। ਉੱਥੇ ਹੀ ਹੁਣ ਸਭ ਦੀਆਂ ਨਜ਼ਰਾਂ ਟਿੱਕੀਆਂ ਰਹਿਣਗੀਆਂ ਸੋਨੂ ਸੂਦ ਦੇ ਉੱਤੇ, ਮੋਗਾ ਦੇ ਉੱਤੇ, ਅਰਵਿੰਦ ਕੇਜਰੀਵਾਲ ਦੇ ਉੱਤੇ ਕਿ ਮੋਗਾ ਆ ਕੇ ਕੀ ਸੋਨੂ ਸੂਦ ਜਾਂ ਉਹਨਾਂ ਦੀ ਭੈਣ ਨੂੰ ਆਮ ਆਦਮੀ ਪਾਰਟੀ ਵਿੱਚ ਮਿਲਾਉਂਦੇ ਆ, ਕਿ ਉਹ ਇਹਨਾਂ ਨਾਲ ਮੁਲਾਕਾਤ ਕਰਦੇ ਆ, ਜਾਂ ਜਦੋਂ ਵੀ ਕੇਜਰੀਵਾਲ ਪੰਜਾਬ ਆਉਂਦੇ ਆ ਉਹ ਕੋਈ ਨਾ ਕੋਈ ਗਰੰਟੀ ਦੇ ਕੇ ਜਾਂਦੇ ਆ ਕਿ ਕੇਜਰੀਵਾਲ ਹੁਣ ਤੀਸਰੀ ਗਰੰਟੀ ਪੰਜਾਬ ਦੇ ਵਿੱਚ ਆ ਕੇ ਕਿਹੜੀ ਦਿੰਦੇ ਆ। ਹੁਣ ਵੇਖਣਾ ਹੋਏਗਾ ਕਿ ਸੋਨੂ ਸੂਦ ਜਾਂ ਉਹਨਾਂ ਦੀ ਭੈਣ ਆਪ ਦਾ ਝਾੜੂ ਫੜਦੇ ਆ, ਭਾਵ ਆਪ ਦੇ ਹੁੰਦੇ ਆ, ਜਾਂ ਫਿਰ ਕਾਂਗਰਸ ਦੇ ਹੁੰਦੇ ਆ, ਜਾਂ ਫਿਰ ਕਿਸੇ ਦੇ ਹੋਰ ਹੁੰਦੇ ਆ, ਕਿਉਂਕਿ ਉਹਨਾਂ ਨੇ ਟੋਭੇ ਛੱਡ ਦਿੱਤੀ ਸੀ। ਕਹਿੰਦੇ ਕੇਜਰੀਵਾਲ ਵੀ ਚੰਗਾ ਹੈ, ਚਰਨਜੀਤ ਸਿੰਘ ਚੰਨੀ ਵੀ ਚੰਗਾ ਹੈ, ਪਰ ਇਹ ਨਹੀਂ ਸੀ ਦੱਸਿਆ ਚੋਣ ਕਿੱਥੋਂ ਲੜਾਂਗੇ, ਕਿਹੜੀ ਪਾਰਟੀ ਦੇ ਵਿੱਚ ਸ਼ਾਮਲ ਹੋਵਾਂਗੇ, ਪਰ ਚੋਣ ਲੜਨ ਦੇ ਉਹਨਾਂ ਨੇ ਸੰਕੇਤ ਦੇ ਦਿੱਤੇ ਸਨ। ਸੋ ਦੋਸਤੋ, ਕੁੱਲ ਮਿਲਾ ਕੇ ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਸੱਚਮੁੱਚ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਤੇ ਸ਼ੇਅਰ ਕਰਨ ਦੀ ਢਿੱਲ ਨਾ ਕਰਿਓ, ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਨੱਪ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।